3 ਤਰੀਕ ਨੂੰ ਦੋਵੇਂ ਪਾਸੇ ਤੋਂ ਪੂਰਨ ਤੌਰ 'ਤੇ ਤਿਆਰੀਆਂ ਹੋ ਚੁੱਕੀਆਂ ਸਨ। 3 ਦੀ ਰਾਤ ਨੂੰ ਦੂਰਦਰਸ਼ਨ ਉੱਪਰ ਖਬਰਾਂ ਆ ਗਈਆਂ ਕਿ ਪੰਜਾਬ ਦੇ ਵਿੱਚ 36 ਘੰਟੇ ਦੇ ਵਾਸਤੇ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ। 3 ਜੂਨ ਦੀ ਰਾਤ ਤਕਰੀਬਨ ਰੁਕ ਕੇ ਗੋਲੀਬਾਰੀ ਹੁੰਦੀ ਰਹੀ ਔਰ 3 ਤਰੀਕ ਦੀ ਰਾਤ ਨੂੰ ਹੀ ਫੌਜ ਦੇ ਵੱਲੋਂ ਜਿਹੜੀਆਂ ਆਪਣੀਆਂ ਪਲਟਨਾਂ ਨੂੰ ਜਿਸ ਜਗ੍ਹਾ ਦੇ ਉੱਪਰ ਤਾਇਨਾਤ ਹੋਣ ਦਾ ਹੁਕਮ ਦਿੱਤਾ ਗਿਆ ਸੀ, ਉਹਨਾਂ ਰੈਜੀਮੈਂਟਾਂ ਨੇ ਉਹਨਾਂ ਜਗ੍ਹਾ ਦੇ ਉੱਪਰ ਤਾਇਨਾਤ ਹੋਣਾ ਸ਼ੁਰੂ ਕਰ ਦਿੱਤਾ। ਬੇਸ਼ੱਕ ਕਿ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੀਆਂ ਇਮਾਰਤਾਂ ਦੇ ਉੱਪਰ ਪਹਿਲਾਂ ਹੀ CRPF ਤੇ BSF ਦੇ ਵੱਲੋਂ ਮੋਰਚਾਬੰਦੀ ਕੀਤੀ ਗਈ ਸੀ, ਪਰ ਹੁਣ ਉੱਥੇ ਉਹਨਾਂ ਵੱਲੋਂ ਬਣਾਏ ਗਏ ਮੋਰਚਿਆਂ ਦੇ ਵਿੱਚ ਫੌਜ ਨੇ ਆਉਣਾ ਸ਼ੁਰੂ ਕਰ ਦਿੱਤਾ। ਫੌਜ ਦੇ ਵੱਲੋਂ ਉਹਨਾਂ ਮੋਰਚਿਆਂ ਦੇ ਵਿੱਚੋਂ ਦਰਬਾਰ ਸਾਹਿਬ ਕੰਪਲੈਕਸ ਦੇ ਵੱਲ ਗੋਲੀ ਚਲਾਈ ਜਾ ਰਹੀ ਸੀ। ਇਸ ਗੋਲੀ ਚਲਾਉਣ ਦਾ ਨਿਸ਼ਾਨਾ ਇਹ ਸੀ ਕਿ ਹਰਿਮੰਦਰ ਸਾਹਿਬ ਦੇ ਅੰਦਰ ਖਾੜਕੂ ਅੰਦਰੋਂ ਫਾਇਰਿੰਗ ਕਰਨ ਤੇ ਫੌਜ ਦੇ ਅਫਸਰਾਂ ਨੂੰ ਇਹ ਪਤਾ ਲੱਗ ਸਕੇ ਕਿ ਕਿਸ ਮੋਰਚੇ ਦੇ ਵਿੱਚੋਂ ਗੋਲੀ ਚੱਲਦੀ ਹੈ, ਕਿਸ ਤਰ੍ਹਾਂ ਦੇ ਹਥਿਆਰ ਦੀ ਗੋਲੀ ਚੱਲਦੀ ਹੈ, ਤੇ ਉਸ ਦੇ ਮੁਤਾਬਕ ਫੌਜ ਉਹਨਾਂ ਦੇ ਨਾਲ ਨਜਿੱਠਣ ਦੀ ਆਪਣੀ ਅਗਲੀ ਰਣਨੀਤੀ ਤੈਅ ਕਰ ਸਕੇ। ਪਰੰਤੂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਅਤੇ ਰਣਨੀਤੀ ਦੇ ਮਹਾਨ ਜਰਨੈਲ ਜਨਰਲ ਸ਼ਬੇਕ ਸਿੰਘ ਦੀ ਅਗਵਾਈ ਦੇ ਵਿੱਚ ਬੇਸ਼ੱਕ ਅੰਦਰਲੇ ਸਿੰਘਾਂ ਨੂੰ ਵੱਖ-ਵੱਖ ਮੋਰਚਿਆਂ ਦੇ ਵਿੱਚ ਹਥਿਆਰ ਦੇ ਕੇ ਉਹਨਾਂ ਨੂੰ ਤਾਇਨਾਤ ਕਰ ਦਿੱਤਾ ਸੀ, ਪਰ ਨਾਲ ਹੀ ਇਹ ਤਾਕੀਦ ਵੀ ਜ਼ਰੂਰੀ ਕਰ ਦਿੱਤੀ ਗਈ ਸੀ ਕਿ ਉਹਨਾਂ ਨੇ ਗੋਲੀ ਨਹੀਂ ਚਲਾਉਣੀ ਜਦੋਂ ਤੱਕ ਕਿ ਫੌਜ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਨਹੀਂ ਕਰਦੀ। ਸੋ ਬੇਸ਼ੱਕ 3 ਜੂਨ ਦੀ ਰਾਤ ਨੂੰ ਫੌਜ ਦੇ ਵੱਲੋਂ ਔਰ ਨੀਮ ਫੌਜੀ ਦਲਾਂ ਦੇ ਵੱਲੋਂ ਰੁਕ ਕੇ ਮਸ਼ੀਨ ਗੰਨਾਂ ਦੀ ਔਰ ਰਾਈਫਲਾਂ ਦੀ ਫਾਇਰਿੰਗ ਹੁੰਦੀ ਰਹੀ, ਪਰ ਸਿੰਘਾਂ ਨੇ ਬਹੁਤ ਜ਼ਿਆਦਾ ਇਸ ਦਾ ਜਵਾਬ ਨਾ ਦਿੱਤਾ, ਸਗੋਂ ਜਿੰਨੀ ਕੁ ਲੋੜ ਸੀ ਉਨੀ ਕੁ ਹੀ ਬੜੇ ਹਲਕੇ ਹਥਿਆਰਾਂ ਦੇ ਨਾਲ ਉਹਨਾਂ ਦਾ ਜਵਾਬ ਦਿੱਤਾ ਗਿਆ। ਕੁਲਦੀਪ ਬਰਾੜ ਦੀ ਅਗਵਾਈ ਦੇ ਵਿੱਚ ਦਰਬਾਰ ਸਾਹਿਬ ਦੇ ਨੇੜੇ ਹੀ ਇੱਕ ਉੱਚੀ ਮੰਜ਼ਿਲ ਦੇ ਉੱਪਰ ਇੱਕ ਫੌਜੀ ਹੈੱਡਕੁਆਟਰ ਸਥਾਪਿਤ ਕੀਤਾ ਗਿਆ, ਜਿੱਥੋਂ ਕਿ ਇਸ ਸਾਰੇ ਹਮਲੇ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਨਜ਼ਰ ਰੱਖੀ ਜਾ ਸਕੇ। ਇੱਕ ਦਰਬਾਰ ਸਾਹਿਬ ਦਾ ਨਕਸ਼ਾ ਬਣਾ ਕੇ ਸਾਰੀਆਂ ਹੀ ਫੌਜੀ ਪਲਟਨਾਂ ਨੂੰ ਇਹ ਸਮਝਾ ਦਿੱਤਾ ਗਿਆ ਕਿ ਕਿਸ ਪਾਸੇ ਤੋਂ ਕਿਸ ਪਲਟਨ ਨੇ ਜਾਂ ਰੈਜੀਮੈਂਟ ਨੇ ਹਰਿਮੰਦਰ ਸਾਹਿਬ ਦੇ ਅੰਦਰ ਦਾਖਲ ਹੋਣਾ ਹੈ ਅਤੇ ਕਿਹੜੀ ਜ਼ਿੰਮੇਵਾਰੀ ਉਹਨਾਂ ਨੇ ਨਿਭਾਉਣੀ ਹੈ। ਹਰਿਮੰਦਰ ਸਾਹਿਬ ਦਾ ਉੱਤਰ ਵਾਲਾ ਪਾਸਾ, ਜਿਸ ਪਾਸੇ ਕਿ ਚੌਂਕ ਘੰਟਾ ਘਰ ਹੈ, ਜਲਿਆਂਵਾਲੇ ਬਾਗ ਤੋਂ ਅੰਦਰ ਨੂੰ ਆਉਂਦਿਆਂ ਉਸ ਪਾਸੇ ਦੀ ਜ਼ਿੰਮੇਵਾਰੀ 10 ਗਾਰਡਸ ਨੂੰ ਦਿੱਤੀ ਗਈ ਕਿ ਉਹਨਾਂ ਨੇ ਇਸ ਪਾਸੇ ਤੋਂ ਅੰਦਰ ਦਾਖਲ ਹੋ ਕੇ ਅਕਾਲ ਤਖ਼ਤ ਸਾਹਿਬ ਵੱਲ ਨੂੰ ਵਧਣਾ ਹੈ, ਜੋ ਕਿ ਪੱਛਮ ਵਾਲੇ ਪਾਸੇ ਸੀ। ਦੂਸਰੇ ਪਾਸੇ 12 ਬਿਹਾਰ ਰੈਜੀਮੈਂਟ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਕਿ ਉਹਨਾਂ ਨੇ ਸਾਰਾ ਆਲਾ ਦੁਆਲਾ ਹਰਿਮੰਦਰ ਸਾਹਿਬ ਪਰਿਸਰ ਦਾ ਜਿਹੜਾ ਹੈ ਉਸ ਦੀ ਘੇਰਾਬੰਦੀ ਬਹੁਤ ਹੀ ਸਖਤ ਰੂਪ ਦੇ ਵਿੱਚ ਕਰਨੀ ਹੈ ਕਿ ਕੋਈ ਵੀ ਸਿੱਖ ਹਰਿਮੰਦਰ ਸਾਹਿਬ ਦੇ ਵਿੱਚੋਂ ਬਚ ਕੇ ਬਾਹਰ ਨਾ ਜਾ ਸਕੇ। ਉਸ ਤੋਂ ਬਾਅਦ ਜਿਹੜਾ ਲੰਗਰ ਹਾਲ ਵਾਲਾ ਪਾਸਾ ਇਲਾਕਾ ਹੈ, ਜਿਸ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ, ਤੇਜਾ ਸਿੰਘ ਸਮੁੰਦਰੀ ਹਾਲ ਔਰ ਇਸ ਤੋਂ ਇਲਾਵਾ ਗੁਰੂ ਰਾਮਦਾਸ ਸਰਾਂ ਔਰ ਬਾਬਾ ਅਟੱਲ ਵਾਲਾ ਪਾਸਾ, ਜ਼ਿਕਰਯੋਗ ਹੈ ਕਿ ਇਸ ਪਾਸੇ ਦੀ ਜਿਹੜੀ ਸਾਰੀ ਜ਼ਿੰਮੇਵਾਰੀ ਹੈ ਇੱਕ ਤਾਂ 9 ਕਮਾਊ ਰੈਜੀਮੈਂਟ ਨੂੰ ਦਿੱਤੀ ਗਈ
कि उन्होंने इस इलाके दे विच कब्जा करना है और जिहड़ी मोर्चाबंदी इस पासे है उस नूं खत्म करना है। ते इस दे बिल्कुल विचकार वाली सड़क जिहड़ी इन्हां सरावां दे और लंगर हाल दे विचकार है, उत्थों दी 26 मदरास ने अंदर दाखल होना है, जिहड़ी कि पूर्व वाली बाही है। सो उत्तर वाली बाही वाले पासे 10 गार्ड्स नूं तैनात कर दिता गया। 26 मदरास नूं यह जिम्मेवारी दिती गई कि उन्होंने लंगर वाले पासे तो दाखल होके हरमंदर साहब दे पूर्व वाले पासियों अंदर दाखल होके दोहां पासियां नूं फैल जाना है, भाव के दक्षिण वाले पासे और उत्तर वाले पासे। उस तो बाद जिहड़ा हरमंदर साहब दा दक्षिणी इलाका है, जिधर बाबा दीप सिंह हुणां दा शहीदगंज है, उस पासे की जिम्मेवारी 15 कमाऊं रैजीमेंट और 9 गढ़वाल राइफल नूं दिती गई कि उन्होंने उस पासियों आटा मंडी दे इलाके वाले पासियों अंदर दाखल होके श्री अकाल तख्त साहब वाले पासे वधना है। सो इन्हां सारियां पासियां तो ये जिहड़ी सी एक घेराबंदी कर दिती गई कि इन्हां सारे इलाकिਆਂ तो पूर्व वाले पासे तो, पश्चिम वाले पासे तो और उत्तर वाले पासे तो, इन्हां सारियां पासियां तो सो फौज दी ये जिहड़ी नीति सी तैयार कर दिती गई कि फौज ने 3 पासियां तो अंदर दाखल होके अकाल तख्त साहब दा जिहड़ा मुख कह सकते हो कि संत जरनैल सिंह खालसा पिंडरां वालियां दी अगवाई दे विच मुख केंद्र सी, उस पासे पहुंचना है कि सामने पासे तो जिहड़ा कि पूर्व दा इलाका सी उत्थों 26 मदरास रैजीमेंट, उत्तर वाले पासे तो 10 गार्ड्स ते दक्षिण वाले पासे तो 15 कमाऊं और 9 गढ़वाल राइफल ने अंदर दाखल होना है। दूसरे पासे युद्ध नीति दे महान जरनैल जनरल शबेक सिंह की अगवाई दे विच भी जिहड़ी अंदरूनी मोर्चाबंदी की गई वो बड़ी अहम सी। बेशक कि उस मोर्चाबंदी दे नाल ये सारा जिहड़ा जंग है किस तरह लड़िया गया उसका जिक्र असीं अगले हिस्सिਆਂ दे विच करांगे, पर फिलहाल इन्ना दसना जरूरी है कि जिहड़ियां इमारतां जिस पासे 9 कमाऊं रैजीमेंट ने दाखिल होना सी और सारे बाहर वाले इलाके नूं 12 बिहार रैजीमेंट ने घेरा पाया होया सी, उस पासे चाहे वह गुरु नानक निवास सी, गुरु रामदास सरां सी, तेजा सिंह समुंदरी हाल सी और बाबा अटाल सी, इस पासे बब्बर खालसा दे सिंघां दे मोर्चे सन। इस तो अंदर जिस पासों 26 मदरास ने अंदर दाखिल होना सी, उस पासे जिहड़े 2 वड्डे बुंगे सी उन्हां दे उपर दंदमी टकसाल और सिख स्टूडेंट फैडरेशन दे नाल संबंधित सूरमे जिहड़े सी उन्हां ने मोर्चाबंदी कीती होई सी। लंगर हाल दी इमारत दे उपर बाबा ठारा सिंह ते उन्हां दे साथी मोर्चा संभाल के बैठे सन। जदों लंगर वाले पासे तो अंदर आईदा ते ब्रह्म बूटा अखाड़ा दे नाल हेठली मंजिल दे विच भाई मेजर सिंह नागो के अपने साथियों दे नाल सन। जदों असीं उत्तर वाले पासे की गल करते हैं, जिस पासे तो 10 गार्ड्स ने हरमंदर साहब के अंदर दाखिल होना सी, उत्थे भाई सतिंदर सिंह पीटी की अगवाई दे विच आल इंडिया सिख स्टूडेंट फैडरेशन के नौजवान सन। हुण जदों असीं दक्षिण वाले पासे की गल करते हैं तां जिस जगह के उपर बाबा दीप सिंह हुणां दा शहीदगंज है, उस इलाके दे विच मोर्चाबंदी की जिहड़ी जिम्मेवारी है वो भाई मोहर सिंह हुणां दी सी और वो अपने साथियों के नाल उस मोर्चे के उपर डटे हुए सन। उस तो थोड़ा अगे आके जिहड़ी शबील है नुक्कर दे विच उहदी नाल वालियां इमारतां जिहड़ियां ने उन्हां दी जिम्मेवारी भाई रिशपाल सिंह पीए दे कोल सी। उस तो अगे आके अकाल तख्त साहब दे नाल वाली जिहड़ी लाल इमारत है वो मोर्चाबंदी बड़ी अहम सी। उस मोर्चाबंदी दे विच जिथे दमदमी टकसाल दे नाल संबंधित भाई निरंतर सिंह उर्फ भाई काबल सिंह ते उन्हां दे नाल दे होर सूरमे सन, उन्हां दे नाल ही उस जगह दे उपर जनरल शबेक सिंह भी इन्हां सारे मोर्चियां दी देख रेख कर रहे सन। अकाल तख्त साहब जिहड़ा कि पश्चिम वाले पासे पैंदा है, उस दियां पिछलियां इमारतां दे विच भाई रसाल सिंह अपने साथियों दे नाल मोर्चाबंदी दे विच सन। सो दोहां पासियां दे उपरों इस तरह की जिहड़ी सी
वो तैयारी हो चुकी सी। बाहरों 12 बिहार रैजीमेंट ने सारा इलाका घेरिया होया सी, क्योंकि कुलदीप बराड़ के मुताबिक ये खबरां आईयां सी कि 3 जून नूं जिस वेले शाम नूं करफ्यू दे विच ढेल दित्ती गई तां उस वेले अकाल तख्त साहब वाले पासियों ਗਿਆਨੀ ਬਖਸ਼ੀਸ਼ ਸਿੰਘ ਦੇ ਮਕਾਨ ਦੇ ਵਿੱਚੋਂ ਦੀ ਕੁਝ ਸੰਤ ਜਰਨੈਲ ਸਿੰਘ ਹੁਣਾਂ ਦੇ ਨਜ਼ਦੀਕੀ ਸਾਥੀ ਜਿਹੜੇ ਸੀ ਉਹ ਬਾਹਰ ਨਿਕਲ ਚੁੱਕੇ ਸੀ। ਸੋ ਇਹ ਤਕਰੀਬਨ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਕੁਝ ਸਿੱਖ ਜਿਹੜੇ ਸੀਗੇ ਸੰਤ ਜਰਨੈਲ ਸਿੰਘ ਹੁਣਾਂ ਦੇ ਨਜ਼ਦੀਕੀ ਜਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਸੰਬੰਧਿਤ ਸਿੱਖ ਉਹ ਉਸ ਇਲਾਕੇ ਦੇ ਰਾਹੀਂ ਬਾਹਰ ਨਿਕਲੇ ਸਨ, ਜਿਹੜੇ ਬਾਅਦ ਦੇ ਵਿੱਚ 1984 ਤੋਂ ਬਾਅਦ ਜਿਨ੍ਹਾਂ ਨੇ ਸੰਘਰਸ਼ ਦੀ ਅਗਵਾਈ ਕੀਤੀ। ਸੋ ਇਸੇ ਤਰ੍ਹਾਂ ਉੱਤਰ ਵਾਲੇ ਪਾਸੇ ਜਿਸ ਪਾਸੇ 10 ਗਾਰਡਸ ਨੇ ਜਿੱਧਰੋਂ ਦਾਖਲ ਹੋਣਾ ਸੀ, ਉਸ ਪਾਸੇ ਨੁੱਕਰ ਦੇ ਵਿੱਚ ਜਿਹੜਾ ਅਕਾਲ ਰੈਸਟ ਹਾਊਸ ਹੈ, ਅਕਾਲ ਰੈਸਟ ਹਾਊਸ ਦੇ ਉੱਪਰ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਸੰਬੰਧਿਤ ਬੀਬੀਆਂ ਬੀਬੀ ਉਪਕਾਰ ਕੌਰ ਔਰ ਬੀਬੀ ਪਰਮਜੀਤ ਕੌਰ ਸਨ। ਜਿੱਥੇ ਅੱਜ ਜੋੜਾ ਘਰ ਹੈ ਉਸ ਜਗ੍ਹਾ ਦੇ ਉੱਪਰ ਹੋਟਲ ਟੈਂਪਲ ਵੀ ਹੋਇਆ ਕਰਦਾ ਸੀ। ਬੇਸ਼ੱਕ ਇਹ ਮੋਰਚਾ ਬਹੁਤ ਛੋਟਾ ਸੀ, ਫੌਜ ਦੀਆਂ ਨਜ਼ਰਾਂ ਦੇ ਵਿੱਚ ਇਸ ਮੋਰਚੇ ਦੀ ਇੰਨੀ ਅਹਿਮੀਅਤ ਨਹੀਂ ਸੀ। ਇਸ ਮੋਰਚੇ ਦੇ ਉੱਪਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਸੰਬੰਧਿਤ ਤੇ ਦੰਦਮੀ ਟਕਸਾਲ ਦੇ ਨਾਲ ਸੰਬੰਧਿਤ ਨੌਜਵਾਨ ਸਨ। ਬੇਸ਼ੱਕ ਕਿ ਕੁਲਦੀਪ ਬਰਾੜ ਖੁਦ ਲਿਖਦਾ ਹੈ ਕਿ ਇਸ ਮੋਰਚੇ ਦੀ ਸਾਨੂੰ ਇੰਨੀ ਅਹਿਮੀਅਤ ਨਹੀਂ ਸੀ ਲੱਗਦੀ, ਪਰ ਜਿਸ ਤਰੀਕੇ ਦੇ ਨਾਲ ਇਸ ਪਾਸਿਓਂ ਜਦੋਂ 10 ਗਾਰਡਸ ਨੇ ਇਸ ਪਾਸਿਓਂ ਦਾਖਲ ਹੋਣ ਦੇ ਵਾਸਤੇ ਆਪਣੇ ਕਦਮ ਵਧਾਏ ਜਾਂ ਫਿਰ ਇਸ ਪਾਸੇ ਤੋਂ ਅਗਲੇ ਪਾਸੇ ਨੂੰ ਆਉਣ ਦੇ ਵਾਸਤੇ ਪੂਰਬ ਵਾਲੇ ਪਾਸੇ ਨੂੰ ਆਉਣ ਵਾਸਤੇ 26 ਮਦਰਾਸ ਟੈਂਕਾਂ ਦੇ ਨਾਲ ਦਾਖਲ ਹੋਈ, ਤੇ ਜਿਸ ਤਰ੍ਹਾਂ ਦੇ ਨਾਲ ਇਸ ਮੋਰਚੇ ਦੇ ਵਿੱਚੋਂ ਮੁਕਾਬਲਾ ਕੀਤਾ ਗਿਆ ਉਹ ਵੀ ਬੜਾ ਅਹਿਮ ਸੀ। ਸੋ 3 ਜੂਨ ਦੀ ਰਾਤ ਨੂੰ ਬੇਸ਼ੱਕ ਥੋੜੀ ਰੁਕ ਕੇ ਫਾਇਰਿੰਗ ਹੁੰਦੀ ਰਹੀ, ਜਿਸ ਦਾ ਨਿਸ਼ਾਨਾ ਖਾੜਕੂਆਂ ਦੇ ਮੋਰਚਿਆਂ ਦੀ ਔਰ ਹਥਿਆਰਾਂ ਦੀ ਨਿਸ਼ਾਨਦੇਹੀ ਕਰਨਾ ਸੀ। ਪਰ ਜਨਰਲ ਸ਼ਬੇਗ ਸਿੰਘ ਦੀਆਂ ਹਦਾਇਤਾਂ ਦੇ ਉੱਪਰ ਸਿੱਖਾਂ ਨੇ ਜਾਂ ਅੰਦਰਲੇ ਸੂਰਮਿਆਂ ਨੇ ਹਰ ਪਾਸੇ ਤੋਂ ਬਹੁਤ ਹੀ ਰਣਨੀਤੀ ਦੇ ਨਾਲ ਉਸ ਦਾ ਜਵਾਬ ਦਿੱਤਾ। ਔਰ 4 ਜੂਨ ਨੂੰ ਸਵੇਰੇ 4:30 ਵਜੇ ਜਦੋਂ ਦਿਨ ਦਾ ਚੜ੍ਹਾਅ ਹੋਇਆ, ਉਸ ਵੇਲੇ ਫੌਜ ਦੇ ਵੱਲੋਂ ਮਾਰਟਰਾਂ ਦੇ ਨਾਲ ਤੇ ਹਲਕੀਆਂ ਮਸ਼ੀਨ ਗੱਲਾਂ ਦੇ ਨਾਲ ਇੱਕਦਮ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਫਾਇਰਿੰਗ ਕਰਨੀ ਆਰੰਭ ਕਰ ਦਿੱਤੀ ਔਰ ਸਿੰਘਾਂ ਨੇ ਇਸ ਦਾ ਬਖੂਬੀ ਜਵਾਬ ਦੇਣਾ ਸ਼ੁਰੂ ਕਰ ਦਿੱਤਾ।